ਤੁਸੀਂ ਦੇਖ ਰਹੇ ਹੋ ਪੰਜਾਬੀ ਵਾਈਟ ਬੋਰਡ ਚੈਨਲ। पेश है लेख बाणी तारा। ਹੈਲੋ एवरीवन, ਸਤਿ ਸ੍ਰੀ ਅਕਾਲ ਜੀ। ਪੰਜਾਬੀ ਵਾਈਟ ਬੋਰਡ ਚੈਨਲ ਤੇ ਆਪ ਜੀ ਦਾ ਸਵਾਗਤ ਹੈ। ਅੱਜ ਦੀ ਸਾਡੀ ਵੀਡੀਓ ਦਾ ਵਿਸ਼ਾ ਹੈ ਬਾਣੀ ਧਾਰਾ ਗੁਰਮਤਿ ਸਾਹਿਤ। ਬਾਣੀ ਧਾਰਾ ਮੱਧਕਾਲੀਨ ਪੰਜਾਬੀ ਸਾਹਿਤ ਦੀ ਗੌਰਵਮਈ ਵਿਰਾਸਤ ਹੈ। ਇਸ ਵਿੱਚ ਅਧਿਆਤਮਿਕ ਵਿਚਾਰਾਂ ਨੂੰ ਕਵਿਤਾ ਰਾਹੀਂ ਪ੍ਰਗਟ ਕੀਤਾ ਗਿਆ ਹੈ। ਇਹ ਬਾਣੀ ਸਿਧਾਂਤਕ ਪਕਿਆਈ ਅਤੇ ਕਲਾਗਤ ਅਧਿਆਤਮਿਕ ਸਾਹਿਤ ਵਿੱਚ ਵਿਸ਼ੇਸ਼ ਥਾਂ ਰੱਖਦੀ ਹੈ। ਆਓ ਦੇਖਦੇ ਹਾਂ ਲੇਖ ਬਾਣੀ ਧਾਰਾ। ਬਾਣੀ ਧਾਰਾ ਦਾ ਮੁੱਢ 9ਵੀਂ-10ਵੀਂ ਈਸਵੀ ਸਦੀ ਵਿੱਚ ਨਾਥ ਜੋਗੀਆਂ ਦੀਆਂ ਰਚਨਾਵਾਂ ਨਾਲ ਬੱਝਾ। 12ਵੀਂ ਸਦੀ ਵਿੱਚ ਬਾਬਾ ਫਰੀਦ ਜੀ ਨੇ ਬਾਣੀ ਦੀ ਸਿਰਜਣਾ ਕੀਤੀ। ਬਾਬਾ ਫਰੀਦ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਬਾਬਾ ਫਰੀਦ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਜਾਣੀ 10 ਗੁਰੂਆਂ ਦੇ ਵਿੱਚੋਂ 6 ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਤੇ ਸੰਤਾਂ ਦੀ ਬਾਣੀ, 11 ਭੱਟਾਂ ਤੇ 3 ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਵੀ ਦਰਜ ਹੈ। 10ਵੇਂ ਗੁਰੂ ਜੀ ਦੀ ਰਚਨਾ, ਭਾਈ ਗੁਰਦਾਸ ਜੀ ਦੀ ਰਚਨਾ, ਭਾਈ ਨੰਦ ਲਾਲ ਜੀ ਦੀ ਰਚਨਾ, ਭਾਈ ਮਨੀ ਸਿੰਘ ਜੀ ਦੀਆਂ ਰਚਨਾਵਾਂ ਵੀ ਗੁਰਮਤਿ ਸਾਹਿਤ ਦਾ ਅੰਗ ਹਨ, ਪਰ ਇਹਨਾਂ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਤਰ੍ਹਾਂ ਬਾਣੀ ਧਾਰਾ ਦਾ ਪ੍ਰਮੁੱਖ ਪਛਾਣ ਚਿੰਨ੍ਹ ਇਹ ਹੈ ਕਿ ਇਹ ਇੱਕੋ ਆਸੇ ਤੇ ਇੱਕੋ ਦਰਸ਼ਨ ਨਾਲ ਸੰਬੰਧਿਤ ਰਚਨਾਵਾਂ ਹਨ। ਇਹਨਾਂ ਸਾਰੀਆਂ ਵਿੱਚ ਇੱਕੋ ਤਰ੍ਹਾਂ ਦੀਆਂ ਕਾਵਿ ਯੁਕਤਾਂ ਦੀ ਵਰਤੋਂ ਕੀਤੀ ਗਈ ਹੈ। ਕਾਵਿ ਯੁਕਤਾਂ ਉੱਪਰ ਬਾਣੀਕਾਰਾਂ ਦਾ ਬਲ ਅਬਲ ਆਪੋ ਆਪਣਾ ਹੀ ਹੈ। ਉਦਾਹਰਨ ਲਈ ਬਾਬਾ ਫਰੀਦ ਨੇ ਸ਼ਲੋਕ ਯੁਕਤ ਦੀ ਵਰਤੋਂ ਵਿਸ਼ੇਸ਼ ਕਰਕੇ ਕੀਤੀ ਹੈ। ਬਾਣੀ ਧਾਰਾ ਦੇ ਸਾਰੇ ਬਾਣੀਕਾਰਾਂ ਨੇ ਇੱਕ ਜ਼ੁਬਾਨ ਦੀ ਵਰਤੋਂ ਕੀਤੀ ਹੈ, ਪਰ ਹਰ ਇੱਕ ਨੇ ਆਪਣੀ ਨਵੇਕਲੀ ਰੰਗਤ ਵੀ ਕਾਇਮ ਰੱਖੀ ਹੈ। ਬਾਣੀਕਾਰ ਧਰਮ ਵਿੱਚ ਵਿਚਰਨ ਵਾਲਾ ਅਨੁਭਵੀ ਪੁਰਖ ਹੈ। ਬਾਣੀਕਾਰ ਦੀ ਮੂਲ ਵਫਾ ਅਧਿਆਤਮਕ ਗਿਆਨ ਨਾਲ ਹੈ। ਇਹ ਆਮ ਤੌਰ ਤੇ ਦਿਸਦੇ ਜਗਤ ਪ੍ਰਪੰਚ ਵਿੱਚ ਕੰਮ ਕਰ ਰਹੇ ਅਦ੍ਰਿਸ਼ ਹੁਕਮ ਨੂੰ ਆਪਣੀ ਰਚਨਾ ਦਾ ਮੁੱਖ ਵੇਰਵਾ ਬਣਾਉਂਦੇ ਹਨ। ਬਾਣੀਕਾਰ ਦੀ ਦ੍ਰਿਸ਼ਟੀ ਪਾਰਗਾਮੀ ਹੈ। ਇਸ ਤਰ੍ਹਾਂ ਬਾਣੀਕਾਰ ਅਸਧਾਰਨ ਸੰਵੇਦਨਾ ਦਾ ਸਵਾਮੀ ਹੁੰਦਾ ਹੈ। ਇਸੇ ਸਦਕਾ ਉਹ ਰਹੱਸਮਇਤਾ ਦਾ ਸਿਰਜਣ ਵੀ ਕਰ ਸਕਦਾ ਹੈ। ਬਾਣੀ ਧਾਰਾ ਦੇ ਮੋਢੀ ਕਵੀ ਬਾਬਾ ਫਰੀਦ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਗੁਣ ਲੱਛਣ ਵਿਆਪਕ ਹੈ। ਅਨੁਭਵ ਸਦਾ ਤੋਂ ਹੀ ਦੇਸ ਕਾਲ ਦਾ ਅਨੁਸਾਰੀ ਰਿਹਾ ਹੈ। ਰਚੈਤਾ ਦੀ ਪ੍ਰਕਿਰਤੀ ਦਾ ਉਸ ਦੀ ਰਚਨਾ ਵਿੱਚ ਵਿਸ਼ੇਸ਼ ਸਥਾਨ ਹੁੰਦਾ ਹੈ। ਬਾਣੀ ਧਾਰਾ ਦੇ ਰਚਨਹਾਰ ਦਾ ਮੂਲ ਦਰਸ਼ਨ ਇੱਕੋ ਹੀ ਹੈ, ਪਰ ਉਸ ਵਿੱਚ ਵਿਅਕਤੀਗਤ ਛਾਪ ਵੀ ਹੈ। ਮਿਸਾਲ ਲਈ ਬਾਬਾ ਫਰੀਦ ਦਾ ਰਚਨਾ ਮੰਡਲ ਜਗਤ ਦੀ ਚਲਾਇਮਾਨਤਾ ਤੇ ਪਰਮ ਸੱਤਾ ਨਾਲ ਬੰਧਿਤ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਦੁਸ਼ਟ ਦਮਨ ਤੇ ਅਕਾਲ ਪੁਰਖ ਦਾ ਪਰਸਪਰ ਸੰਬੰਧ ਵਧੇਰੇ ਉੱਭਰਵਾਂ ਹੈ। ਭਾਈ ਗੁਰਦਾਸ ਦੀਆਂ ਵਾਰਾਂ ਮਹਿਮਾ ਮੁਖੀ ਹਨ ਤੇ ਉਹਨਾਂ ਵਿਚਲੀ ਸਰਲਤਾ ਪ੍ਰਚਾਰ ਮੁੱਖ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਚਮ ਗੁਰੂ ਤੱਕ ਗੁਰਬਾਣੀ ਵਿੱਚ ਵੰਨ ਸਵੰਨ ਲੱਛਾਂ ਪ੍ਰਤੀਤ ਕੀਤੀਆਂ ਜਾ ਸਕਦੀਆਂ ਹਨ ਤੇ 9ਵੇਂ ਗੁਰੂ ਜੀ ਦੀ ਰਚਨਾ ਬਰਾਗਮਈ ਹੈ। ਭਾਵੇਂ ਗੁਰੂ ਸਾਹਿਬਾਨ ਦਾ ਮੁੱਖ ਵਿਸ਼ਾ ਬ੍ਰਹਮ ਅਨੁਰਾਗ ਹੀ ਹੈ, ਪਰ ਉਹਨਾਂ ਦੀ ਬਾਣੀ ਵਿੱਚ ਤਤਕਾਲੀ ਕਦਰਾਂ ਕੀਮਤਾਂ ਦਾ ਮੁਲਾਂਕਣ ਵੀ ਮੌਜੂਦ ਹੈ। ਇਸ ਤੱਥ ਦੀ ਗਵਾਹੀ ਲਈ ਭਗਤ ਕਬੀਰ, ਭਗਤ ਨਾਮਦੇਵ ਤੇ ਭਗਤ ਰਵਿਦਾਸ ਜੀ ਦੀ ਬਾਣੀ ਵੀ ਪੇਸ਼ ਕੀਤੀ ਜਾ ਸਕਦੀ ਹੈ। ਸਮਾਜ ਆਲੋਚਨਾ ਦਾ ਅੰਸ਼ ਇਸ ਵਿੱਚ ਵਿਸ਼ੇਸ਼ ਹੈ। ਅਨੁਭਵ, ਚਿੰਤਨ ਤੇ ਧਾਰਮਿਕ ਵਿਸ਼ਵਾਸ ਦੇ ਮਿਸ਼ਰਣ ਨੂੰ ਰੂਪਮਾਨ ਕਰਨਾ ਬਾਣੀ ਧਾਰਾ ਦਾ ਵਿਆਪਕ ਲੱਛਣ ਹੈ। ਬਾਣੀ ਸਾਹਿਤ ਵਿੱਚ ਧਰਮ ਤੇ ਦਰਸ਼ਨ ਤਾਣੇ ਪੇਟੇ ਵਾਂਗ ਓਤਪੋਤ ਹਨ। ਦੋਵੇਂ ਹੀ ਇੱਕੋ ਤਰ੍ਹਾਂ ਦੇ ਸੰਕਲਪਾਂ ਦੀ ਗੱਲ ਕਰਦੇ ਹਨ। ਆਤਮਾ, ਅਨਾਤਮਾ, ਬ੍ਰਹਮ,
ਬ੍ਰਹਮੰਡੀ ਲੀਲਾ ਦੋਹਾਂ ਦੇ ਮਨ ਭਾਉਂਦੇ ਵਿਸ਼ੇ ਹਨ। ਫਰਕ ਕੇਵਲ ਇਤਨਾ ਹੈ ਕਿ ਦਰਸ਼ਨ ਬੌਧਿਕ ਹੁੰਦਾ ਹੈ ਤੇ ਧਰਮ ਵਿਸ਼ਵਾਸ ਆਧਾਰਿਤ। ਬਾਣੀ ਧਾਰਾ ਵਿੱਚ ਅਣਵੇਖੀ ਪਰਮ ਸ਼ਕਤੀ ਉੱਪਰ ਵਿਸ਼ਵਾਸ ਦ੍ਰਿੜ ਕਰਵਾਇਆ ਗਿਆ ਹੈ। ਸਮੂਹ ਵਿੱਚ ਇਕੱਲੇ ਜਿਉਣਾ ਹੀ ਮਨੁੱਖ ਦੀ ਹੋਣੀ ਹੈ। ਲਗਭਗ ਸਾਰੇ ਬਾਣੀਕਾਰਾਂ ਨੇ ਮਨੁੱਖ ਨੂੰ ਵਿਅਕਤੀ ਦੇ ਤੌਰ ਤੇ ਸੁਚੇਤ ਕੀਤਾ ਹੈ। ਮਨੁੱਖ ਸ਼ਖਸੀ ਜੀਵਨ ਨੂੰ ਹੋਰ ਉਚੇਰਾ ਬਣਾਏ ਅਤੇ ਆਪਣੇ ਆਪ ਨੂੰ ਪਛਾਣੇ। ਬਾਣੀ ਮਨੁੱਖ ਨੂੰ ਇੱਕ ਸੰਤੁਲਿਤ ਨੀਝ ਦਿੰਦੀ ਹੈ, ਜਿਸ ਦੇ ਸਹਾਰੇ ਮਨੁੱਖ ਆਪਣੇ ਆਪ ਨੂੰ ਸਮਝਦਾ ਹੋਇਆ ਉਸ ਅਸੀਮ ਦੇ ਵਿਭਿੰਨ ਨਾਵਾਂ, ਰੂਪਾਂ ਤੇ ਸਮਰੱਥਾ ਨੂੰ ਅਨੁਭਵ ਕਰਨ ਜੋਗਾ ਹੋ ਜਾਂਦਾ ਹੈ। ਬਾਣੀ ਧਾਰਾ ਦੀ ਪ੍ਰਕਿਰਤੀ ਅਸੰਪਰਦਾਇਕ ਹੈ। ਬਾਣੀ ਦਾ ਸੰਬੰਧ ਕਿਸੇ ਇੱਕ ਧਰਮ, ਇੱਕ ਵਰਗ, ਫਿਰਕੇ ਜਾਂ ਜਾਤ ਨਾਲ ਨਹੀਂ। ਇਸ ਵਿੱਚ ਅਨੇਕਾਂ ਧਰਮਾਂ, ਵਰਗਾਂ, ਫਿਰਕਿਆਂ ਤੇ ਜਾਤਾਂ ਦੇ ਭਗਤਾਂ ਨੇ ਬਾਣੀ ਸਿਰਜਣ ਕੀਤਾ ਹੈ। ਸਾਰੇ ਬਾਣੀਕਾਰ ਉਚੇਰੀਆਂ ਮਾਨਵੀ ਕਦਰਾਂ ਵਿੱਚ ਵਿਸ਼ਵਾਸ ਰੱਖਦੇ ਹਨ। ਇਹ ਸਾਰੇ ਭੇਦਭਾਵ ਤੋਂ ਮੁਕਤ ਹਨ। ਇਹ ਸਾਰੇ ਇੱਕ ਪਰਮ ਸੱਤਾ ਵਿੱਚ ਵਿਸ਼ਵਾਸ ਰੱਖਦੇ ਹਨ। ਇਹ ਧਾਰਾ ਈਰਖਾ, ਦਵੇਸ਼ ਅਤੇ ਵੈਰ ਤੋਂ ਮੁਕਤ ਹੈ। ਬਾਣੀ ਧਾਰਾ ਧਰਮ ਦੇ ਤਿੰਨ ਪੱਖਾਂ ਕਿਰਿਆਤਮਕ, ਭਾਵਾਤਮਕ ਤੇ ਸਿਧਾਂਤਿਕ ਨਾਲ ਸਾਂਝ ਪਵਾਉਂਦੀ ਹੈ, ਜਿਸ ਸਦਕਾ ਮਨੁੱਖੀ ਜੀਵਨ ਨੂੰ ਸਰਬਾਂਗੀ ਸੰਤੁਲਨ ਮਿਲਦਾ ਹੈ। ਬਾਣੀ ਸਾਨੂੰ ਕਰਮ ਲਈ ਪ੍ਰੇਰਦੀ, ਅਨੁਭਵ ਲਈ ਉਸਕਾਉਂਦੀ ਤੇ ਵਿਸ਼ਵਾਸ ਦੀ ਪਰਪੱਕਤਾ ਪ੍ਰਦਾਨ ਕਰਦੀ ਹੈ। ਅਨੁਭਵ ਅਤੇ ਬੌਧਿਕ ਜਗਤ ਜਿਹੋ ਜਿਹੇ ਵੱਖੋ-ਵੱਖ ਖੇਤਰਾਂ ਨੂੰ ਸਮੂਹਕ ਦ੍ਰਿਸ਼ਟੀ ਵਿੱਚ ਬੰਨ੍ਹ ਕੇ ਪੇਸ਼ ਕਰਨਾ ਬਾਣੀ ਧਾਰਾ ਦੀ ਵਿਲੱਖਣ ਪ੍ਰਾਪਤੀ ਹੈ। ਬਾਣੀ ਧਾਰਾ ਉਪਨਿਸ਼ਦ ਵਾਂਗ ਜੋਤੀ ਮਾਰਗ ਦਾ ਅਨੁਸਰਣ ਕਰਦੀ ਹੈ। ਇਸ ਵਿੱਚ ਜਿੱਥੇ ਧਰਮ ਸਿਧਾਂਤਾਂ ਦਾ ਵਾਦ ਵਿਵਾਦ ਛਿੜਦਾ ਹੈ, ਉੱਥੇ ਵਰਗ ਵਿਸ਼ੇਸ਼ ਦੀ ਉਸਤਤ ਨਿੰਦਾ ਤੋਂ ਉੱਚਾ ਉੱਠ ਕੇ ਅਖੀਰ ਆਤਮਕ ਗੁਣਾਂ ਨੂੰ ਹੀ ਦ੍ਰਿੜ ਕਰਵਾਇਆ ਜਾਂਦਾ ਹੈ। ਬਾਣੀ ਧਾਰਾ ਰਸਮੀ ਪਾਬੰਦੀਆਂ ਤੇ ਬਾਹਰੀ ਕਰਮ ਕਾਂਡਾਂ ਤੋਂ ਖਲਾਸੀ ਪਾਉਣ ਦੀ ਇੱਕ ਲਹਿਰ ਹੈ। ਇਸ ਕਰਕੇ ਬਾਣੀ ਧਾਰਾ ਦੀ ਮੁੱਖ ਸੁਰ ਉਪਦੇਸ਼ਾਤਮਕ ਹੈ ਅਤੇ ਇਸ ਦੇ ਪਾਤਰ ਨਿੱਜ ਅਤੇ ਪਰ ਦੋਵੇਂ ਹਨ। ਬਾਣੀ ਧਾਰਾ ਅਨੁਭਵੀ ਪੁਰਖਾਂ ਦੀ ਉੱਤਮ ਕਲਾ ਹੈ। ਇਸ ਸਾਹਿਤ ਵਿੱਚ ਵੰਨ-ਸਵੰਨ ਕਾਵਿ ਵਿਧੀਆਂ, ਰੂਪ ਸ਼ੈਲੀਆਂ ਦਾ ਪ੍ਰਯੋਗ ਹੋਇਆ ਹੈ, ਪਰ ਹਰ ਹਾਲ ਵਿੱਚ ਮਨੁੱਖੀ ਨੁਹਾਰ ਵਾਲੇ ਅਰੂਪ ਬ੍ਰਹਮ ਦੀ ਮਹਿਮਾ ਗਾਇਨ ਕੀਤੀ ਗਈ ਹੈ। ਬਹੁਭਾਂਤੀ ਪ੍ਰਗਟਾਵੇ ਦਾ ਇੱਕ ਮੁੱਖ, ਇਕਾਗਰ, ਇੱਕੋ ਭਾਵ ਉੱਪਰ ਟਿਕੇ ਰਹਿਣਾ ਤੇ ਨੀਰਸਤਾ ਨਾ ਉਪਜਣ ਦੇਣਾ ਇਸ ਧਾਰਾ ਦਾ ਅਗਲਾ ਮਹੱਤਵਪੂਰਨ ਪਛਾਣ ਚਿੰਨ੍ਹ ਹੈ। ਬਾਣੀ ਧਾਰਾ ਸਾਰੇ ਦੀ ਸਾਰੀ ਤਾਮੁਖ ਹੈ। ਬਾਣੀ ਸਿਰਜਣਹਾਰ ਅਨੁਭਵੀ ਪੁਰਖ ਹਨ, ਪਰ ਇਹਨਾਂ ਦੀ ਦਿਸ਼ਾ ਸਧਾਰਨ ਮਨੁੱਖ ਵੱਲ ਹੈ। ਉਹ ਸਧਾਰਨ ਮਨੁੱਖ ਵਿੱਚ ਉੱਤਮ ਗੁਣ ਪੈਦਾ ਕਰਨ ਦੀ ਰੀਝ ਰੱਖਦੇ ਹੋਏ ਹੀ ਆਪਣੀ ਦਾਰਸ਼ਨਿਕ ਗੱਲ ਦਾ ਸਧਾਰਨੀਕਰਨ ਕਰਦੇ ਹਨ ਅਤੇ ਸਰੋਤਾ ਵਿੱਚ ਸਰੂਚੀ ਪੈਦਾ ਕਰਦੇ ਹਨ। ਛੰਦ ਬਾਣੀ ਧਾਰਾ ਦਾ ਇੱਕ ਹੋਰ ਮਹੱਤਵਪੂਰਨ ਲੱਛਣ ਹੈ। ਬਾਣੀਕਾਰ ਇਸ ਦੀ ਵਰਤੋਂ ਤਾਂ ਕਰਦੇ ਹਨ, ਪਰ ਨਾਮ ਵਿਸ਼ੇਸ਼ਣ ਦਾ ਸੰਕੇਤ ਨਹੀਂ ਦਿੰਦੇ। ਇਨ੍ਹਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਗੁਰਦਾਸ ਛੰਦਾਂ ਦਾ ਸੰਕੇਤ ਵੀ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਵਿਸ਼ੇਸ਼ ਦਾ ਸੰਕੇਤ ਮੌਜੂਦ ਹੈ, ਪਰ ਛੰਦ ਦੇ ਨਾਮ ਸੰਕੇਤ ਦੀ ਅਣਹੋਂਦ ਹੈ। ਬਾਣੀ ਧਾਰਾ ਵਿੱਚ ਲੈਅ ਸੰਕੇਤ ਦਾ ਸਥਾਨ ਵਿਸ਼ੇਸ਼ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੁਕਾਂ, ਦੋ ਤੁਕੇ, ਤਿਤੁਕੇ, ਚੌਤੁਕੇ, ਪੰਜ ਤੁਕੇ, ਛਿਕੇ ਆਦਿ ਸੰਕੇਤ ਰੂਪ ਪ੍ਰਬੰਧ ਨੂੰ ਹੀ ਸਮਰਪਿਤ ਹਨ। ਬਾਣੀ ਧਾਰਾ ਵਿੱਚ ਭਾਸ਼ਾ ਦੇ ਵੰਨ-ਸਵੰਨ ਰੂਪ ਮੌਜੂਦ ਹਨ। ਪੰਜਾਬੀ ਦੀਆਂ ਉਪਭਾਸ਼ਾਵਾਂ ਦੇ ਸ਼ਬਦ ਤਾਂ ਇਸ ਵਿੱਚ ਵਰਤੇ ਹੀ ਗਏ ਹਨ। ਸੰਸਕ੍ਰਿਤ, ਪ੍ਰਕ੍ਰਿਤ, ਅਪਭ੍ਰੰਸ਼, ਅਰਬੀ, ਫਾਰਸੀ, ਬ੍ਰਿਜ, ਅਵਧੀ, ਮਰਾਠੀ, ਰਾਜਸਥਾਨੀ ਤੇ ਖੜੀ ਬੋਲੀ ਦੇ ਤਤਸਮ ਤੇ ਤਤਵ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਹੈ। ਪਛਾਣਨਯੋਗ ਨੁਕਤਾ ਇਹ ਹੈ ਕਿ ਅਨੇਕ ਮੁੱਖ ਭਾਸ਼ਾਵਾਂ ਦੀ ਵਰਤੋਂ ਦੇ ਬਾਵਜੂਦ ਵੀ ਵਿਸ਼ੇ ਤੇ ਭਾਵ ਦੀ ਏਕਤਾ ਅਖੰਡ ਰਹੀ ਹੈ ਤੇ ਅਸੰਪਰਦਾਇਕ ਸੁਰ ਸਦਾ ਉਚੇਰਾ ਰਿਹਾ ਹੈ। ਬਾਣੀ ਧਾਰਾ ਦਾ ਵਿਸ਼ੇਸ਼ ਝੁਕਾਓ ਗਿਆਨ ਪ੍ਰਾਪਤੀ ਵੱਲ ਹੈ, ਤਾਂ ਵੀ ਇਸ ਵਿੱਚ ਤਤਕਾਲੀਨ ਇਤਿਹਾਸਕ ਤੱਤ ਪੇਸ਼ ਹੋਏ ਹਨ।
ਵਿਭਿੰਨ ਕਾਵਿ ਸ਼ੈਲੀਆਂ ਦਾ ਬਹੁਵਿਧ ਉਪਯੋਗ ਤੇ ਅਨੇਕ ਦਾਰਸ਼ਨਿਕ ਸਿਧਾਂਤਾਂ ਦੀ ਬਹੁਰੰਗ ਵਰਤੋਂ ਨੇ ਬਾਣੀ ਸਾਹਿਤ ਨੂੰ ਉਦਾਤ ਕਾਵਿ ਦੇ ਨਾਲ ਧਾਰਮਿਕ ਕਾਵਿ ਦੀ ਪਦਵੀ ਉੱਪਰ ਪਹੁੰਚਾਇਆ ਹੈ। ਕਾਵਿ ਯੁਗਤਾਂ ਨੇ ਜਿੱਥੇ ਬਾਣੀ ਸਾਹਿਤ ਦੀ ਨੁਹਾਰ ਮਨੁੱਖੀ ਬਣਾਈ ਹੈ, ਉੱਥੇ ਦਰਸ਼ਨ ਨੇ ਇਸ ਸਾਹਿਤ ਨੂੰ ਗਹਿਰਾਈ ਵੀ ਪ੍ਰਦਾਨ ਕੀਤੀ ਹੈ। ਸੋ ਇਹ ਸੀ ਜੀ ਲੇਖ ਬਾਣੀ ਧਾਰਾ। ਇਸ ਤੇ ਆਧਾਰਿਤ ਪ੍ਰਸ਼ਨ ਉੱਤਰ ਇਸ ਪ੍ਰਕਾਰ ਹਨ। ਪਹਿਲਾ ਪ੍ਰਸ਼ਨ ਹੈ, ਬਾਣੀ ਧਾਰਾ ਦਾ ਮੁੱਢ ਕਦੋਂ ਬੱਝਾ? ਤਾਂ ਬਾਣੀ ਧਾਰਾ ਦਾ ਮੁੱਢ 9ਵੀਂ 10ਵੀਂ ਈਸਵੀ ਵਿੱਚ ਨਾਥ ਜੋਗੀ ਦੀਆਂ ਰਚਨਾਵਾਂ ਦੇ ਨਾਲ ਬੱਝਿਆ। ਇਸ ਤੋਂ ਬਾਅਦ ਪ੍ਰਸ਼ਨ, ਬਾਣੀ ਧਾਰਾ ਦਾ ਮੁੱਖ ਪਛਾਣ ਚਿੰਨ੍ਹ ਕੀ ਹੈ? ਬਾਣੀ ਧਾਰਾ ਦੀਆਂ ਸਾਰੀਆਂ ਬਾਣੀਆਂ ਇੱਕੋ ਆਸੇ ਜਾਂ ਦਰਸ਼ਨ ਨਾਲ ਸੰਬੰਧਿਤ ਰਚਨਾਵਾਂ ਹਨ ਤੇ ਇਹਨਾਂ ਸਭਨਾਂ ਵਿੱਚ ਇੱਕੋ ਤਰ੍ਹਾਂ ਦੀਆਂ ਕਾਵਿ ਯੁਕਤਾਂ ਦੀ ਵਰਤੋਂ ਹੋਈ ਹੈ। ਇਸ ਤੋਂ ਬਾਅਦ ਪ੍ਰਸ਼ਨ, ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਗੁਰੂਆਂ ਦੀ ਬਾਣੀ ਦਰਜ ਹੈ ਉਹਨਾਂ ਦੇ ਨਾਮ ਦੱਸੋ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ 976, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907, ਗੁਰੂ ਰਾਮਦਾਸ ਜੀ ਦੇ 679, ਗੁਰੂ ਅਰਜਨ ਦੇਵ ਜੀ ਦੇ 2216 ਸ਼ਬਦ ਅੰਕਿਤ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ 116 ਸ਼ਬਦ ਤੇ ਸ਼ਲੋਕ, ਜਿਨ੍ਹਾਂ ਵਿੱਚ 59 ਸ਼ਬਦ ਹਨ ਤੇ 57 ਸ਼ਲੋਕ ਹਨ, ਸ਼ਾਮਲ ਕੀਤੇ ਗਏ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 6 ਗੁਰੂਆਂ ਦੀ ਬਾਣੀ ਦਰਜ ਹੈ। ਪ੍ਰਸ਼ਨ, ਗੁਰਮਤਿ ਸਾਹਿਤ ਨਾਲ ਸੰਬੰਧਿਤ ਕਿਹੜੇ ਵਿਅਕਤੀ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹਨ? ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ, 10ਵੇਂ ਗੁਰੂ ਭਾਈ ਗੁਰਦਾਸ, ਭਾਈ ਨੰਦ ਲਾਲ, ਭਾਈ ਮਨੀ ਸਿੰਘ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹਨ। ਹਾਲਾਂਕਿ ਇਸ ਨੂੰ ਅਸੀਂ ਬਾਣੀ ਧਾਰਾ ਜਾਂ ਗੁਰਮਤਿ ਸਾਹਿਤ ਦੇ ਨਾਲ ਜੋੜਦੇ ਹਾਂ। ਇਸ ਤੋਂ ਬਾਅਦ ਬਾਣੀ ਧਾਰਾ ਦੇ ਮੋਢੀ ਕਵੀ ਬਾਬਾ ਫਰੀਦ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਹੜਾ ਗੁਣ ਬਾਣੀ ਧਾਰਾ ਵਿੱਚ ਵਿਆਪਕ ਰਿਹਾ ਹੈ? ਤਾਂ ਇਸ ਦਾ ਉੱਤਰ ਹੈ, ਬਾਣੀ ਕਾਰ ਆਮ ਕਰਕੇ ਇਸ ਦੇ ਜਗਤ ਪ੍ਰਪੰਚ ਵਿੱਚ ਕੰਮ ਕਰ ਰਹੇ ਅਦਿਸ਼ ਹੁਕਮ ਨੂੰ ਹੀ ਬਾਣੀ ਰਚਨਾ ਦਾ ਮੁੱਖ ਵੇਰਵਾ ਬਣਾਉਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਕਿਹੜੀ ਗੱਲ ਵਧੇਰੇ ਉੱਭਰਵੀਂ ਹੈ? ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਦੁਸ਼ਟ ਦਮਨ ਅਤੇ ਅਕਾਲ ਪੁਰਖ ਦਾ ਪਰਸਪਰ ਸੰਬੰਧ ਵਧੇਰੇ ਉੱਭਰਵਾਂ ਹੈ। ਪ੍ਰਸ਼ਨ, ਗੁਰੂ ਸਾਹਿਬਾਂ ਦੀ ਬਾਣੀ ਦਾ ਮੁੱਖ ਵਿਸ਼ਾ ਕੀ ਹੈ? ਤਾਂ ਜਿੰਨੇ ਗੁਰੂ ਸਾਹਿਬਾਨ ਨੇ ਬਾਣੀ ਰਚੀ ਹੈ ਉਸ ਦਾ ਮੁੱਖ ਵਿਸ਼ਾ ਬ੍ਰਹਮ ਅਨੁਰਾਗ ਹੈ ਤੇ ਉਹਨਾਂ ਦੀ ਬਾਣੀ ਵਿੱਚ ਤਤਕਾਲੀਨ ਕਦਰਾਂ ਕੀਮਤਾਂ ਦਾ ਮੁਲਾਂਕਣ ਵੀ ਮੌਜੂਦ ਹੈ। ਪ੍ਰਸ਼ਨ, ਬਾਣੀਕਾਰਾਂ ਨੇ ਮਨੁੱਖ ਨੂੰ ਸੁਚੇਤ ਕਰਦੇ ਹੋਏ ਕੀ ਕਿਹਾ ਹੈ? ਮਨੁੱਖ ਆਪਣੇ ਆਪ ਨੂੰ ਉਚੇਰੇ ਤੋਂ ਉਚੇਰਾ ਬਣਾਏ ਤੇ ਆਪਣੇ ਆਪ ਨੂੰ ਪਛਾਣੇ। ਇਸ ਤਰ੍ਹਾਂ ਬਾਣੀ ਮਨੁੱਖ ਨੂੰ ਇੱਕ ਸੰਤੁਲਿਤ ਨੀਜ ਦਿੰਦੀ ਹੈ। ਇਸ ਤੋਂ ਬਾਅਦ ਪ੍ਰਸ਼ਨ, ਬਾਣੀ ਧਾਰਾ ਦੀ ਪ੍ਰਕਿਰਤੀ ਸੰਪਰਦਾਇਕ ਹੈ ਜਾਂ ਅਸੰਪਰਦਾਇਕ? ਬਾਣੀ ਧਾਰਾ ਦੀ ਪ੍ਰਕਿਰਤੀ ਅਸੰਪਰਦਾਇਕ ਹੈ। ਇਸ ਦਾ ਸੰਬੰਧ ਕਿਸੇ ਇੱਕ ਧਰਮ, ਵਰਗ, ਫਿਰਕੇ ਜਾਂ ਜਾਤ ਨਾਲ ਨਹੀਂ। ਵੱਖ-ਵੱਖ ਵਰਗਾਂ ਦੇ ਜਾਤਾਂ ਦੇ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇਸ ਕਰਕੇ ਬਾਣੀ ਧਾਰਾ ਦੀ ਪ੍ਰਕਿਰਤੀ ਅਸੰਪਰਦਾਇਕ ਹੈ। ਇਸ ਤੋਂ ਬਾਅਦ ਪ੍ਰਸ਼ਨ, ਬਾਣੀ ਦਾ ਸਾਡੇ ਉੱਪਰ ਕੀ ਪ੍ਰਭਾਵ ਪੈਂਦਾ ਹੈ? ਬਾਣੀ ਸਾਨੂੰ ਕਰਮ ਲਈ ਪ੍ਰੇਰਦੀ ਹੈ, ਅਨੁਭਵ ਲਈ ਉਕਸਾਉਂਦੀ ਹੈ ਤੇ ਵਿਸ਼ਵਾਸ ਦੀ ਪਰਿਪੱਕਤਾ ਪ੍ਰਦਾਨ ਕਰਦੀ ਹੈ। ਬਾਣੀ ਧਾਰਾ ਨੂੰ ਸਰੋਤਮੁਖ ਕਿਉਂ ਕਿਹਾ ਗਿਆ ਹੈ? ਬਾਣੀਕਾਰ ਦੀ ਦਿਸ਼ਾ ਸਧਾਰਨ ਮਨੁੱਖ ਵੱਲ ਹੈ। ਉਹ ਦਾਰਸ਼ਨਿਕ ਗੱਲ ਦਾ ਸਧਾਰਨੀਕਰਨ ਕਰਦੇ ਹੋਏ ਸਰੋਤੇ ਵਿੱਚ ਰੁਚੀ ਪੈਦਾ ਕਰਦੇ ਹਨ। ਬਾਣੀ ਧਾਰਾ ਵਿੱਚ ਕਿੰਨਾ ਕਲਾ ਪ੍ਰਣਾਲੀਆਂ ਦੀ ਵਰਤੋਂ ਹੋਈ ਹੈ? ਬਾਣੀ ਧਾਰਾ ਵਿੱਚ ਸੰਸਕ੍ਰਿਤ ਕਾਵਿ ਸ਼ਾਸਤਰ ਦੀਆਂ ਸਾਰੀਆਂ ਕਾਵਿ ਪ੍ਰਣਾਲੀਆਂ ਦੀ ਸਹਿਜ ਵਰਤੋਂ ਮੌਜੂਦ ਹੈ, ਜਿਵੇਂ ਧੁਨੀ, ਰਸ, ਔਚਿਤਯ, ਰੀਤੀ ਤੇ ਵਕਰੋਕਤੀ। ਬਾਣੀ ਧਾਰਾ ਵਿੱਚ ਕਿਹੋ ਜਿਹੀ ਭਾਸ਼ਾ ਦੀ ਵਰਤੋਂ ਹੋਈ ਹੈ? ਬਾਣੀ ਧਾਰਾ ਵਿੱਚ ਭਾਸ਼ਾ ਦੇ ਵੰਨ-ਸੁਵੰਨੇ ਰੂਪ ਮੌਜੂਦ ਹਨ। ਪੰਜਾਬੀ ਉਪਬੋਲੀਆਂ ਤੋਂ ਬਿਨਾਂ ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼, ਅਰਬੀ, ਫਾਰਸੀ, ਬ੍ਰਿਜ ਤੇ ਖੜੀ ਬੋਲੀ ਦੀ ਵਰਤੋਂ ਬਾਣੀ ਦੇ ਵਿੱਚ ਮਿਲਦੀ ਹੈ। ਇਸ ਤੋਂ ਬਾਅਦ ਪ੍ਰਸ਼ਨ, ਸ਼ੇਖ ਫਰੀਦ ਜੀ ਨੇ ਕਿਸ ਜੁਗਤ ਦੀ ਵਰਤੋਂ ਕੀਤੀ ਹੈ?
ਤਾਂ ਬਾਬਾ ਸ਼ੇਖ ਫਰੀਦ ਜੀ ਨੇ ਆਪਣੀ ਬਾਣੀ ਦੇ ਵਿੱਚ ਸ਼ਲੋਕ ਯੁਕਤ ਦੀ ਵਰਤੋਂ ਵਿਸ਼ੇਸ਼ ਕਰਕੇ ਕੀਤੀ ਹੈ। ਬਾਬਾ ਫਰੀਦ ਜੀ ਦੇ 112 ਦੇ ਕਰੀਬ ਸ਼ਲੋਕ ਨੇ ਜਿਹੜੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ। ਬਾਬਾ ਫਰੀਦ ਜੀ ਦਾ ਰਚਨਾ ਮੰਡਲ ਕਿਸ ਨਾਲ ਸੰਬੰਧਿਤ ਹੈ? ਅਗਲਾ ਪ੍ਰਸ਼ਨ ਹੈ, ਬਾਬਾ ਫਰੀਦ ਜੀ ਦਾ ਰਚਨਾ ਮੰਡਲ ਜਗਤ ਦੀ ਚਲਾਏ ਮਾਨਤਾ, ਪਰਮ ਸੱਤਾ ਤੇ ਵਿਛੋੜੇ ਨਾਲ ਸੰਬੰਧਿਤ ਹੈ। ਬਾਬਾ ਸ਼ੇਖ ਫਰੀਦ ਨੂੰ ਬਿਰਹਾ ਦਾ ਸੁਲਤਾਨ ਕਵੀ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਕੁਝ ਪ੍ਰਸਿੱਧ ਭਗਤਾਂ ਦੇ ਨਾਮ ਲਿਖੋ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਤਾਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਸ਼ੇਖ ਫਰੀਦ ਸ਼ੱਕਰਗੰਜ ਜੀ, ਭਗਤ ਧੰਨਾ ਜੀ, ਭਗਤ ਬੈਣੀ ਜੀ, ਭਗਤ ਤਰਲੋਚਨ ਜੀ, ਭਗਤ ਰਾਮਾਨੰਦ ਜੀ, ਭਗਤ ਜੈਦੇਵ ਜੀ, ਭਗਤ ਪਰਮਾਨੰਦ ਜੀ, ਭਗਤ ਸੂਰਦਾਸ ਜੀ, ਭਗਤ ਸੈਨ ਜੀ, ਭਗਤ ਪੀਪਾ ਜੀ, ਇਹਨਾਂ ਭਗਤਾਂ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਕੁਝ ਰੂਪ ਪ੍ਰਬੰਧਾਂ ਦੇ ਨਾਮ ਲਿਖੋ। ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1 ਤੁੱਕਾ, 2 ਤੁੱਕੇ, 3 ਤੁੱਕੇ, 4 ਤੁੱਕੇ, 5 ਤੁੱਕੇ, ਛਕੇ ਆਦਿ ਰੂਪ ਪ੍ਰਬੰਧਾਂ ਦੀ ਵਰਤੋਂ ਹੋਈ ਹੈ। ਸੋ ਇਹ ਸੀ ਜੀ ਵੀਡੀਓ ਬਾਣੀ ਧਾਰਾ ਬਾਰੇ। ਵੀਡੀਓ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਗਰ ਵੀਡੀਓ ਨੂੰ ਲੈ ਕੇ ਤੁਹਾਡੇ ਕੁਝ ਸੁਝਾਅ ਹਨ ਤਾਂ ਕਮੈਂਟ ਜ਼ਰੂਰ ਕਰਨਾ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੈਣਾ। ਚੈਨਲ ਪੰਜਾਬੀ ਵਾਈਟ ਬੋਰਡ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੇ ਵੀਡੀਓ ਵੀ ਤੁਹਾਨੂੰ ਸਮੇਂ ਸਿਰ ਮਿਲਦੇ ਰਹਿਣ। ਧੰਨਵਾਦ ਜੀ।